ਜਾਣਦੀਆਂ ਨੇ। ਕਾਲਾ ਜਾਦੂ, ਕਾਲਾ ਇਲਮ ਇਹਨਾਂ ਨੂੰ ਆਉਂਦਾ ਹੈ ਤੇ ਇਹ ਕਾਮਰੂਪ ਦੇਸ਼ ਅਸਾਮ ਦੇ ਵਿੱਚ ਆ। ਸਤਿਗੁਰੂ ਮਹਾਰਾਜ ਨੇ ਫਕੀਰੀ ਦਾ ਭੇਸ ਧਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਪਹੁੰਚੇ ਆ ਤਾਂ ਗੁਰੂ ਜੀ ਨੇ ਜਦੋਂ ਚਰਨ ਪਾਏ, ਇੱਕ ਨਗਰ ਆਇਆ। ਮਹਾਰਾਜ ਉਹਦੇ ਅੰਦਰ ਨਹੀਂ ਜਾ ਰਹੇ। ਉੱਥੇ ਇੱਕ ਰਮਣੀਕ ਦਰਖਤ ਦੀ ਛਾਂ ਬਾਰ-ਬਾਰ ਸਤਿਗੁਰੂ ਜੀ ਨੇ ਉੱਥੇ ਆਪਣਾ ਆਸਣ ਲਾ ਲਿਆ। ਉਸ ਦਰਖਤ ਦੇ ਥੱਲੇ ਮਹਾਰਾਜ ਬਹਿ ਗਏ। ਇੱਕ ਘੜੀ ਬੀਤੀ, ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਮਹਾਰਾਜ ਮੈਨੂੰ ਪਾਤਸ਼ਾਹ ਜੀ ਭੁੱਖ ਲੱਗੀ ਆ। ਗੁਰੂ ਸਾਹਿਬ ਜੀ ਜਦੋਂ ਤੁਸੀਂ ਕਲਾ ਵਰਤਾਉਂਦੇ ਹੋ ਉਦੋਂ ਕਿਸੇ ਨਾ ਕਿਸੇ ਨੂੰ ਭੁੱਖ ਲੱਗਦੀ ਆ, ਫਿਰ ਕਿਸੇ ਨਾ ਕਿਸੇ ਦਾ ਉਧਾਰ ਵੀ ਹੁੰਦਾ, ਉਹਨੂੰ ਉਤਾਰਦੇ ਹੋ। ਇੱਕ ਘੜੀ ਬੀਤੀ, ਮਹਾਰਾਜ ਕਹਿੰਦੇ ਦੇਖੋ ਸਤਿਗੁਰੂ ਜੀ ਕਿੰਨਾ ਸੋਹਣਾ ਦੇਸ਼ ਹੈ, ਕਿੰਨੇ ਸੋਹਣੇ ਦਰਖਤ ਨੇ, ਭਾਂਤ ਭਾਂਤ ਦੇ ਰੁੱਖ ਨਜ਼ਰ ਆ ਰਹੇ ਆ। ਮਹਾਰਾਜ ਉਹ ਦੇਖੋ ਕਿੰਨਾ ਸੋਹਣਾ ਦਰਖਤ ਆ। ਇਸ ਤਰ੍ਹਾਂ ਮਹਾਰਾਜ ਜੀ ਇਹ ਦੇਸ਼ ਕਿੰਨਾ ਸੁੰਦਰ ਆ। ਬਹੁਤ ਵਡਿਆਈ ਭਾਈ ਮਰਦਾਨਾ ਜੀ ਨੇ ਕੀਤੀ। ਆਖਿਆ ਇੱਥੋਂ ਦੇ ਦਰਖਤਾਂ ਦੇ ਪੱਤੇ ਕਿੰਨੇ ਹਰੇ ਆ, ਤੇ ਮਹਾਰਾਜ ਇੱਥੇ ਦੇਖੋ ਕੇਲਿਆਂ ਦੇ ਕਿੰਨੇ ਬਾਗ ਨੇ। ਇੱਥੋਂ ਦੇ ਜਿਹੜੇ ਨਰ ਨਾਰੀ ਆ, ਇਸਤਰੀਆਂ ਪੁਰਸ਼ ਆ, ਇਹਨਾਂ ਨੇ ਕਿੰਨੇ ਅਜੀਬ ਜਿਹੇ ਤਰ੍ਹਾਂ ਦੇ ਕੱਪੜੇ ਪਾਏ ਹੋਏ ਆ। ਕਿੰਨਾ ਸੋਹਣਾ ਦੇਸ਼ ਆ। ਇਹਨਾਂ ਦੀ ਬੋਲੀ ਕਿੰਨੀ ਮਿੱਠੀ ਆ। ਕਿਉਂਕਿ ਕੁਝ ਲੋਕ ਜਿਹੜੇ ਆ ਆਪਸ ਵਿੱਚ ਗੱਲਾਂ ਕਰ ਰਹੇ ਸੀ ਉੱਥੇ, ਤੇ ਭਾਈ ਮਰਦਾਨਾ ਜੀ ਨੇ ਉਹਨਾਂ ਦੀ ਬੋਲੀ ਦੇਖੀ। ਕਹਿੰਦੇ ਕਿੰਨਾ ਮਿੱਠਾ ਬੋਲਦੇ ਆ ਮਹਾਰਾਜ, ਮੈਨੂੰ ਕਿਰਪਾ ਕਰਕੇ ਆਗਿਆ ਦਿਓ ਜੀ, ਮੈਂ ਨਗਰ ਦੇ ਵਿੱਚ ਜਾਵਾਂ, ਚੰਗੀ ਤਰ੍ਹਾਂ ਇਹ ਨਗਰ ਨੂੰ ਦੇਖ ਕੇ ਆਵਾਂ। ਕਿੰਨੇ ਚੰਗੇ ਲੋਕ ਆ, ਕਿਸੇ ਦੇ ਘਰ ਵਿੱਚੋਂ ਭੋਜਨ ਵੀ ਛਕਾਵਾਂਗਾ, ਆਪਣਾ ਪੇਟ ਵੀ ਭਰ ਲਵਾਂਗਾ। ਮਹਾਰਾਜ ਤੁਹਾਡਾ ਆਧਾਰ ਤਾਂ ਨਾਮ ਹੈ, ਬਾਣੀ ਹੈ, ਪਰ ਮੈਨੂੰ ਤਾਂ ਬਹੁਤ ਭੁੱਖ ਲੱਗਦੀ ਆ ਮਹਾਰਾਜ ਜੀ, ਇਸ ਕਰਕੇ ਮੈਨੂੰ ਆਗਿਆ ਦਿਓ, ਮੈਂ ਜਾਣਾ ਚਾਹੁੰਦਾ ਹਾਂ। ਸਤਿਗੁਰੂ ਮਹਾਰਾਜ ਜੀ ਜਦੋਂ ਤੱਕ ਮੈਂ ਭੋਜਨ ਨਹੀਂ ਛਕਾਂਗਾ ਭੁੱਖ ਨਹੀਂ ਮਿਟਣੀ। ਮਹਾਰਾਜ ਮੈਂ ਕੋਈ ਝੂਠ ਨਹੀਂ ਬੋਲਦਾ, ਮੇਰੀ ਗੱਲ ਦਾ ਯਕੀਨ ਕਰੋ, ਮੈਨੂੰ ਬਹੁਤ ਭੁੱਖ ਲੱਗੀ ਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਕਹਿਣ ਲੱਗੇ, ਭਾਈ ਸਾਹਿਬ ਜੀ ਇਹ ਨਗਰ ਤੁਹਾਡੇ ਵਾਸਤੇ ਠੀਕ ਨਹੀਂ, ਤੁਸੀਂ ਬਹੁਤ ਭੋਲੇ ਹੋ ਤੇ ਭੋਲੇ ਪਾਏ ਮਿਲੇ ਰੁਗਰਾਇਆ। ਭੋਲੇ ਬੰਦਿਆਂ ਨੂੰ ਰੱਬ ਮਿਲ ਜਾਂਦਾ, ਚੁਸਤ ਚਲਾਕ ਬੰਦਿਆਂ ਨੂੰ ਰੱਬ ਨਹੀਂ ਮਿਲਦਾ। ਤੁਸੀਂ ਇਹ ਨਗਰੀ ਵਿੱਚ ਨਾ ਜਾਓ। ਇਹ ਨਗਰ ਵੇਖਣ ਨੂੰ ਬੜਾ ਸੋਹਣਾ, ਪਰ ਇਹ ਨਗਰ ਤੁਹਾਡੇ ਵਾਸਤੇ ਨਹੀਂ। ਇਹ ਨਗਰ ਦੇ ਵਿੱਚ ਜਾਓਗੇ ਤਾਂ ਹੋ ਸਕਦਾ ਕੋਈ ਅਣਹੋਣੀ ਘਟਨਾ ਵਾਪਰ ਜੇ। ਇਹ ਨਗਰ ਵਿੱਚ ਜਿਹੜੇ ਲੋਕ ਰਹਿੰਦੇ ਆ, ਖਾਸ ਕਰਕੇ ਜਿਹੜੀਆਂ ਇਸਤਰੀਆਂ ਰਹਿੰਦੀਆਂ ਨੇ, ਬੀਬੀਆਂ, ਬਹੁਤ ਦੁੱਖ ਦੇਣ ਵਾਲੀਆਂ ਨੇ। ਉੱਪਰੋਂ ਇਹਨਾਂ ਦੇ ਰੂਪ ਨੂੰ ਨਾ ਜਾਣੋ, ਇਹ ਬੜਾ ਕੁਝ ਕਰ ਸਕਦੀਆਂ ਨੇ, ਇਹ ਠੀਕ ਨਹੀਂ ਇੱਥੇ ਜਾਣਾ। ਸਾਡੀ ਗੱਲ ਮੰਨ ਲਓ, ਨਗਰ 'ਚ ਨਾ ਜਾਓ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਠੀਕ ਹੈ ਮੈਂ ਇਸ ਨਗਰ ਵਿੱਚ ਨਹੀਂ ਜਾਂਦਾ, ਪਰ ਮੈਨੂੰ ਇੱਥੇ ਕੁਝ ਖਾਣ ਨੂੰ ਮਿਲ ਜਾਵੇ, ਮੈਂ ਨਗਰ ਤੋਂ ਕੀ ਲੈਣਾ ਹੈ। ਭਾ ਮੈਨੂੰ ਇਹਨਾਂ ਲੋਕਾਂ ਨਾਲ ਕੀ, ਪਰ ਇੱਥੇ ਸਾਨੂੰ ਬੈਠੇ ਬਿਠਾਇਆਂ ਨੂੰ ਕਿਸੇ ਨੇ ਭੋਜਨ ਪ੍ਰਸ਼ਾਦਾ ਨਹੀਂ ਪੁੱਛਣਾ ਮਹਾਰਾਜ, ਤੇ ਇੱਥੇ ਆਸੇ-ਪਾਸੇ ਕੁਝ ਖਾਣ ਯੋਗ ਅਜੇ ਨਹੀਂ ਹੈ। ਜੋ ਵੀ ਹੈ ਕੱਚਾ ਹੈ, ਪੱਕਾ ਨਹੀਂ ਹੈ। ਮਹਾਰਾਜ ਜੀ ਕਿਰਪਾ ਕਰੋ, ਮੈਨੂੰ ਆਗਿਆ ਦਿਓ ਜੀ, ਜਾਂ ਮੇਰੇ ਨਾਲ ਹੀ ਨਗਰੀ ਵਿੱਚ ਚਲੇ ਜਾਓ। ਮੈਂ ਕਿਸੇ ਦੇ ਘਰੋਂ ਪ੍ਰਸ਼ਾਦੇ ਮੰਗਾਂਗਾ, ਛਕਾਂਗਾ ਤੇ ਵਾਪਸ ਆ ਜਾਵਾਂਗਾ। ਇੱਥੇ ਬੈਠੇ ਬਿਠਾਇਆਂ ਸਾਨੂੰ ਰੋਟੀਆਂ ਕਿਹਨੇ ਦੇਣੀਆਂ? ਅੰਦਰ ਜਾਵਾਂਗੇ, ਕਿਸੇ ਨਾਲ ਮੇਲ ਮਿਲਾਪ ਹੋਊਗਾ ਤਾਂ ਰਿਜ਼ਕ ਜੁੜੇਗਾ। ਮਹਾਰਾਜ ਜੀ ਤੁਸੀਂ ਮੈਨੂੰ ਅੰਦਰ ਜਾਣ ਤੋਂ ਵੀ ਰੋਕਦੇ ਹੋ, ਇੱਥੇ ਭੋਜਨ ਕਿਸੇ ਨੇ ਲੈ ਕੇ ਨਹੀਂ ਆਉਣਾ, ਫਿਰ ਜੀਵਨ ਦਾ ਨਿਰਵਾਹ ਕਿਵੇਂ ਹੋਵੇਗਾ? ਜਾਂ ਤਾਂ ਮੇਰਾ ਆਧਾਰ ਵੀ ਨਾਮ ਹੀ ਬਣਾ ਦਿਓ ਆਪਣੇ ਵਾਂਗ। ਇਹ ਜਿਹੜਾ ਪੇਟ ਲੱਗਾ ਹੈ, ਢਿੱਡ ਲੱਗਾ ਹੈ, ਇਹ ਰੋਟੀ ਪਾਲਦਾ। ਇਹ 3.5 ਮਣ ਦੇ ਹੋਰੀ ਚੱਲੇ ਪਾਣੀ ਅੰਨ, ਇਹ ਸਰੀਰ ਦੀ ਗੱਡੀ ਅੰਨ ਪਾਣੀ ਕਰਕੇ ਚੱਲਦੀ ਆ। ਮਹਾਰਾਜ ਮੇਰੇ ਤੋਂ ਰਬਾਬ ਨਹੀਂ ਬਚਣੀ, ਇੰਨੀ ਭੁੱਖ ਲੱਗੀ ਆ। ਸਤਿਗੁਰੂ ਜੀ ਮੇਰਾ ਸਰੀਰ ਕਿਵੇਂ ਚੱਲੇਗਾ? ਇਹ ਭੋਜਨ ਤੋਂ ਬਿਨਾਂ ਕਿੰਨਾ ਚਿਰ ਬੰਦਾ ਜਿਉਂਦਾ ਰਹਿ ਸਕਦਾ? 2 ਦਿਨ, 3 ਦਿਨ, 4 ਦਿਨ? ਮਹਾਰਾਜ ਜੀ ਮੈਨੂੰ ਤਾਂ ਹਫ਼ਤਾ ਹੋ ਗਿਆ ਪ੍ਰਸ਼ਾਦਾ ਛਕੇ ਨੂੰ, ਕਿਰਪਾ ਕਰੋ ਹੁਣ ਮੇਰੇ ਤੇ ਰਹਿਮਤ ਕਰੋ, ਮੈਨੂੰ ਇਜਾਜ਼ਤ ਦੇ ਦਿਓ, ਮੈਂ ਜਲਦੀ ਹੀ ਵਾਪਸ ਆ ਜਾਵਾਂਗਾ। ਹੁਣ ਸਤਿਗੁਰੂ ਮਹਾਰਾਜ ਜੀ ਜਾਣਦੇ ਆ ਕਿ ਭਾਈ ਸਾਹਿਬ ਜੀ ਨੇ ਰੁਕਣਾ ਨਹੀਂ। ਇਹਨਾਂ ਨੇ ਬੱਚਿਆਂ ਵਾਂਗ ਹੱਠ ਕਰ ਲਿਆ ਕਿ ਮੈਂ ਨਗਰ ਵਿੱਚ ਜਾਣਾ ਹੀ ਆ। ਪਰ ਗੁਰੂ ਸਾਹਿਬ ਜੀ ਨੇ ਦੇਖੋ ਭਾਈ ਮਰਦਾਨਾ ਜੀ ਦੀ ਭੁੱਖ ਦੇ ਦੁਆਰਾ ਇਹ ਅੱਗੇ ਜਿਹੜੀ ਹੋਣੀ ਆ ਉਹ ਵੀ ਹੁਕਮ ਹੀ ਆ ਪਰਮਾਤਮਾ ਦਾ। ਉਹਨਾਂ ਬੀਬੀਆਂ ਨੂੰ ਜਿਹੜੀਆਂ ਕਾਲਾ ਇਲਮ ਕਰਦੀਆਂ ਨੇ, ਉਹਨਾਂ ਨੂੰ ਸਮੱਤ ਵੀ ਦੇਣੀ ਆ, ਉਸ ਵਾਰਾ ਸਬੱਬ ਵੀ ਬਣਾਉਣਾ, ਕਲਾ ਗੁਰੂ ਜੀ ਦੀ ਵਰਤਣੀ ਆ, ਕਰਨ ਵਾਲੇ ਉਹ ਆਪ ਹੀ ਆ। ਸੱਚੇ ਪਾਤਸ਼ਾਹ ਜੀ ਮੁਸਕਰਾਉਂਦੇ ਹੋਏ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਭਾਈ ਸਾਹਿਬ ਜੀ ਜੇ ਤੁਹਾਡੇ ਅੰਦਰ ਭੁੱਖ ਦਾ ਧੀਰਜ ਨਹੀਂ ਹੈ, ਜਾਣਾ ਹੀ ਚਾਹੁੰਦੇ ਹੋ ਤਾਂ ਜਾਓ, ਵੇਖ ਲਓ ਇਹ ਨਗਰੀ ਨੂੰ, ਤੁਸੀਂ ਦੇਖੋਗੇ ਉਦੋਂ ਤੱਕ ਤੁਹਾਨੂੰ ਪਤਾ ਨਹੀਂ ਲੱਗੇਗਾ ਵੀ ਅਸੀਂ ਕੀ ਕਹਿਣਾ ਚਾਹੁੰਦੇ ਹਾਂ। ਜਾਓ, ਕਿਉਂਕਿ ਬੰਦਾ ਕਈ ਵਾਰੀ ਸੰਗਤ ਜੀ ਆਪਣੇ ਹੀ ਤਜਰਬੇ ਤੋਂ ਸਿੱਖਦਾ ਹੈ। ਇਨਸਾਨ ਦੀ ਜ਼ਿੰਦਗੀ ਵਿੱਚ ਇਹ ਵੀ ਕਈ ਵਾਰੀ ਆਪਾਂ ਕਿਸੇ ਨੂੰ ਜਿੰਨਾ ਮਰਜ਼ੀ ਕਹਿ ਲਈਏ ਆਹ ਕੰਮ ਨਾ ਕਰ, ਪਰ ਜਦੋਂ ਤੱਕ ਉਹ ਆਪ ਕਰਕੇ ਨਹੀਂ ਵੇਖ ਲੈਂਦਾ, ਉਹਨੂੰ ਘਾਟਾ ਨਹੀਂ ਪੈਂਦਾ, ਉਦੋਂ ਤੱਕ ਉਹ ਸਮਝਦਾ ਨਹੀਂ। ਹੁਣ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਇਹ ਨਗਰ ਨੂੰ ਵੇਖਣ ਦੀ ਕੋਈ ਚਾਹ ਕਿਤੇ ਰਹਿ ਨਾ ਜਾਵੇ। ਇਸ ਨਗਰ ਵਿੱਚ ਤੁਹਾਨੂੰ ਪ੍ਰਸ਼ਾਦਾ ਮਿਲਦਾ, ਛਕਣ ਨੂੰ ਜਾ ਕੇ ਛਕ ਲਓ। ਹੁਣ ਭਾਈ ਮਰਦਾਨਾ ਜੀ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਿਆ, ਪਰ ਅਣਜਾਣਪੁਣੇ ਵਿੱਚ ਇਹ ਨਹੀਂ ਜਾਣਿਆ ਕਿ ਉਹਨਾਂ ਬਚਨਾਂ ਵਿੱਚ ਕੀ ਰਮਜ ਹੈ। ਮਹਾਰਾਜ ਕਹਿਣ ਲੱਗੇ ਜੇ ਤੂੰ ਜਾਣਾ ਚਾਹੁੰਦਾ ਭਾਈ ਜਾ ਕੇ ਦੇਖ ਲੈ। ਇਹ ਗੱਲ ਦੀ ਸਮਝ ਨਹੀਂ ਆਈ ਭਾਈ ਮਰਦਾਨਾ ਜੀ ਨੂੰ। ਹੱਟ ਕੀਤਾ ਸੀ ਕਿ ਚਲੇ ਜਾਂਦੇ ਆ ਉਹ ਨਗਰ ਦੇ ਵਿੱਚ, ਪ੍ਰਵੇਸ਼ ਕਰਦੇ ਆ, ਬਹੁਤ ਖੁਸ਼ ਨੇ। ਉਹਨਾਂ ਕਿਹਾ ਚਲੋ ਨਗਰ ਦੇ ਵਿੱਚ ਆਉਣਾ ਤਾਂ ਨਸੀਬ ਹੋਇਆ, ਰੋਟੀ ਮਿਲੇ ਜਾਂ ਨਾ ਮਿਲੇ ਉਹ ਅੱਗੇ ਕਰਮਾਂ ਦੀ ਖੇਡ ਆ। ਕਿੰਨੇ ਦਿਨ ਤਾਂ ਜੰਗਲਾਂ 'ਚ ਬੀਤ ਗਏ ਆ, ਨਗਰ ਵਿੱਚ ਗਏ ਨੇ ਤੇ ਸੋਚਿਆ ਇੱਥੇ ਮੈਨੂੰ ਪ੍ਰਸ਼ਾਦਾ ਮਿਲ ਜਾਵੇਗਾ। ਕੀ ਵੇਖਦੇ ਆ ਭਾਈ ਮਰਦਾਨਾ ਜੀ? ਉੱਥੇ ਕੁਝ ਇਸਤਰੀਆਂ ਨੇ, ਉਹ ਘੁੰਮ ਰਹੀਆਂ ਨੇ, ਬੰਦੇ ਫਿਰਦੇ ਆ ਜਿਨ੍ਹਾਂ ਦੇ ਸਰੀਰ ਤੇ ਅਜੀਬ ਜਿਹੇ ਕੱਪੜੇ ਪਾਏ ਹੋਏ ਆ, ਤੇ ਮਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਆ ਵੀ ਜ਼ਰੂਰ ਮੈਨੂੰ ਇੱਥੋਂ ਪ੍ਰਸ਼ਾਦਾ ਮਿਲ ਜਾਏਗਾ। ਉੱਥੋਂ ਦੀਆਂ ਇਸਤਰੀਆਂ ਨੇ ਭਾਈ ਮਰਦਾਨਾ ਜੀ ਨੂੰ ਦੇਖਿਆ, ਸਮਝ ਲਿਆ ਕਿ ਇੱਥੋਂ ਦੇ ਨਹੀਂ ਹੈਗੇ, ਕਿਉਂਕਿ ਉਹਨਾਂ ਦੀ ਪੋਸ਼ਾਕ, ਉਹਨਾਂ ਦਾ ਜਿਹੜਾ ਤੁਰਨ ਦਾ ਢੰਗ ਹੈ, ਅੰਦਾਜ਼ ਆ, ਕੱਪੜੇ ਆ, ਉਹ ਵੱਖਰੇ ਆ। ਪਤਾ ਲੱਗ ਗਿਆ ਕਿ ਦੇਸ਼ ਦੇ ਵਾਸੀ ਨਹੀਂ, ਕਹਿੰਦੇ ਕੋਈ ਪ੍ਰਦੇਸੀ ਬੰਦਾ ਜਿਹੜਾ ਦੂਜੇ ਦੇਸ਼ ਤੋਂ ਆਇਆ। ਉਹਨਾਂ ਇਸਤਰੀਆਂ ਨੇ ਭਾਈ ਮਰਦਾਨਾ ਜੀ ਨੂੰ ਦੇਖਿਆ ਜਿਹੜੇ ਬੜੇ ਉੱਚੇ ਲੰਮੇ ਸਨ, ਤੇ ਉਹਨਾਂ ਦਾ ਬੜਾ ਸੋਹਣਾ ਸਰੂਪ। ਇਹ ਸਭ ਕੁਝ ਦੇਖ ਕੇ ਉਹ ਬੀਬੀਆਂ ਬਹੁਤ ਖੁਸ਼ ਹੋ ਗਈਆਂ। ਉਹਨਾਂ ਦੇ ਸਰੀਰ ਤੇ ਕਈ ਤਰ੍ਹਾਂ ਦੇ ਸ਼ਿੰਗਾਰ ਕੀਤੇ ਹੋਏ ਆ, ਅੱਖਾਂ ਟੇਢੀਆਂ ਕਰਕੇ ਭਾਈ ਮਰਦਾਨਾ ਜੀ ਨੂੰ ਦੇਖ ਰਹੀਆਂ ਨੇ। ਅਸਲ ਦੇ ਵਿੱਚ ਇਹ ਖੁਸ਼ ਹੋ ਰਹੀਆਂ ਨੇ ਕਿ ਸ਼ਿਕਾਰੀ ਜਿਹੜਾ ਆਪਣੇ ਆਪ ਸਾਡੇ ਜਾਲ ਵਿੱਚ ਫਸ ਗਿਆ, ਕਿਉਂਕਿ ਇਹ ਬੀਬੀਆਂ ਨੂੰ ਯੰਤਰ ਮੰਤਰ ਤੰਤਰ ਆਉਂਦੇ ਸੀ। ਸੁਭਾਅ ਬਣਿਆ ਸੀ ਜਦੋਂ ਵੀ ਕੋਈ ਪ੍ਰਦੇਸੀ ਆਉਂਦਾ ਸੀ ਆਪਦੇ ਮੰਤਰਾਂ ਨੂੰ ਵਸ 'ਚ ਕਰ ਲੈਂਦੀਆਂ ਸੀ, ਉਹਦੇ ਗਲ ਵਿੱਚ ਰੱਸੀ ਪਾ ਕੇ ਉਹਨੂੰ ਗੁਲਾਮ ਬਣਾ ਲੈਂਦੀਆਂ ਸੀ। ਹਾਲਾਂਕਿ ਇਹਨਾਂ ਦੇ ਆਪਣੇ ਪਤੀ ਨੇ, ਪਰ ਆਪਣੇ ਪਤੀਆਂ ਨੂੰ ਆਪਣੇ ਮੰਤਰਾਂ ਤੰਤਰਾਂ ਨਾਲ ਵਸ 'ਚ ਰੱਖਦੀਆਂ ਸੀ। ਭਾਈ ਮਰਦਾਨਾ ਜੀ ਨੇ ਜਦੋਂ ਨਗਰ ਵਿੱਚ ਕਦਮ ਪਾਏ ਆ ਤੇ ਚੱਲਦੇ ਚੱਲਦੇ ਭਾਈ ਮਰਦਾਨਾ ਜੀ ਨੇ ਦੇਖਿਆ ਉਹਨਾਂ ਇਸਤਰੀਆਂ ਦੇ ਵੱਲ ਹਾਰ ਸ਼ਿੰਗਾਰ ਕੀਤੇ ਹੋਏ ਆ, ਤੇ ਭੋਲੇ ਭਾਅ ਦੇ ਵਿੱਚ ਇਹੀ ਸੋਚਿਆ ਇਹ ਦਾਨ ਕਰਨ ਵਾਲੀ ਵਿਅਕਤੀ ਵਾਲੀਆਂ ਲੱਗਦੀਆਂ ਨੇ, ਇਹ ਜ਼ਰੂਰ ਮੈਨੂੰ ਪ੍ਰਸ਼ਾਦਾ ਦੇ ਦੇਣਗੀਆਂ। ਇਸ ਤਰ੍ਹਾਂ ਸੋਚ ਕੇ ਭਾਈ ਮਰਦਾਨਾ ਜੀ ਇੱਕ ਇਸਤਰੀਆਂ ਦੀ ਜਿਹੜੀ ਟੋਲੀ ਸੀ ਉਹਦੇ ਕੋਲ ਚਲੇ ਗਏ। ਉਹ ਟੋਲੇ ਵਿੱਚ 4 ਬੀਬੀਆਂ ਇਸਤਰੀਆਂ ਬੈਠੀਆਂ ਸੀ, ਚਾਰਾਂ ਨੇ ਹਾਰ ਸ਼ਿੰਗਾਰ ਕੀਤਾ। ਉਹਨਾਂ ਨੇ ਭਾਈ ਮਰਦਾਨਾ ਜੀ ਵੱਲ ਤੱਕਿਆ। ਭਾਈ ਮਰਦਾਨਾ ਜੀ ਵੱਲ ਜਦੋਂ ਦੇਖਿਆ, ਭਾਈ ਸਾਹਿਬ ਜੀ ਉਹਨਾਂ ਵੱਲ ਵਧੀ ਜਾਂਦੇ ਆ, ਪਰ ਇਸਤਰੀਆਂ ਕੁਝ ਹੋਰ ਹੀ ਗੱਲਾਂ ਕਰੀ ਜਾਂਦੀਆਂ ਨੇ। ਇੱਕ ਕਹਿ ਰਹੀ ਆ ਮੇਰਾ ਸ਼ਿਕਾਰ, ਦੂਜੀ ਕਹਿੰਦੀ ਤੂੰ ਪਿੱਛੇ ਹਟ, ਇਹਨੂੰ ਮੈਂ ਪਹਿਲਾਂ ਵੇਖਿਆ, ਤੀਜੀ ਕਹਿੰਦੀ ਤੁਸੀਂ ਦੋਨੋਂ ਚੁੱਪ ਰਹੋ, ਇਹਨੂੰ ਤਾਂ ਮੈਂ ਵਸ 'ਚ ਕਰਾਂਗੀ। ਇਸ ਕਰਕੇ ਇੱਕ ਪਰਦੇਸੀ ਆਇਆ, ਬੀਬੀਆਂ ਆਪਸ ਵਿੱਚ ਲੜ ਰਹੀਆਂ ਨੇ, ਤੇ ਚੌਥੀ ਕਹਿੰਦੀ ਹੁਣ ਤੁਸੀਂ ਲੜੀ ਜਾਓ, ਦੇਖੋ ਮੈਂ ਕਿਵੇਂ ਇਹਨੂੰ ਕਾਬੂ 'ਚ ਕਰਦੀ। ਉਹਨੇ ਰੱਸੀ ਫੜੀ ਆ, ਤੰਤਰ ਮੰਤਰ ਯੰਤਰਾਂ ਨਾਲ ਭਾਈ ਮਰਦਾਨਾ ਜੀ ਵੱਲ ਵਧੀ ਆ, ਰੱਸੀ ਭਾਈ ਸਾਹਿਬ ਦੇ ਗਲ 'ਚ ਪਾਈ ਤੇ ਭਾਈ ਮਰਦਾਨਾ ਜੀ ਨੂੰ ਭੇਡੂ ਬਣਾ ਲਿਆ। ਕਲਾ ਵਰਤਾ ਦਿੱਤੀ ਜਿਹੜੀ ਵੀ ਜਿਹੜਾ ਦੇਖੋ ਕੋਈ ਵਿੱਦਿਆ ਹੁੰਦੀ ਹੈ ਉਹਦਾ ਸਹੀ ਇਸਤੇਮਾਲ ਵੀ ਹੋ ਸਕਦਾ, ਗਲਤ ਵੀ। ਇਹ ਜਾਦੂਗਰਨੀਆਂ ਨੇ ਗਲਤ ਹੀ ਕੀਤਾ ਹੈ। ਤੇ ਹੁਣ ਜਦੋਂ ਭਾਈ ਮਰਦਾਨਾ ਜੀ ਨੂੰ ਭੇਡੂ ਬਣਾਇਆ ਤੇ ਘਰ ਦੇ ਵਿੱਚ ਬੰਨ੍ਹ ਦਿੱਤਾ,
ਕਿਉਂਕਿ ਇਹ ਕਿਤੇ ਭੱਜ ਨਾ ਜਾਣ। ਹੁਣ ਭਾਈ ਮਰਦਾਨਾ ਜੀ ਨੇ ਆਪਣਾ ਰੂਪ ਕਰੂਪ ਹੁੰਦੇ ਦੇਖਿਆ। ਪਹਿਲਾਂ ਉਹਨਾਂ ਦਾ ਸਰੀਰ ਮਨੁੱਖ ਦਾ ਸੀ, ਪਰ ਹੁਣ ਜਿਹੜਾ ਭੇਡੂ ਦਾ ਬਣ ਗਿਆ। ਮਨ ਵਿੱਚ ਤਾਂ ਉਹਨਾਂ ਦੇ ਸਾਰੀ ਸੋਝੀ ਆ, ਮੈਂ ਭਾਈ ਮਰਦਾਨਾ ਹਾਂ, ਪਰ ਸਰੀਰ ਕਰਕੇ ਭੇਡੂ ਬਣ ਗਿਆ। ਹੁਣ ਉਹਨਾਂ ਦੇ ਮਨ ਨੂੰ ਤਾਂ ਪਤਾ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੇਵਕ ਹਾਂ, ਪਰ ਜਿਹੜਾ ਰੱਸਾ ਉਹਨਾਂ ਦੇ ਗਲ ਵਿੱਚ ਪਾਇਆ ਹੋਇਆ ਉਹ ਛਡਾ ਨਹੀਂ ਪਾ ਰਹੇ। ਹੁਣ ਭਾਈ ਸਾਹਿਬ ਜੀ ਮਨ ਹੀ ਮਨ ਪਛਤਾਵਾ ਕਰਦੇ ਆ ਕਿ ਇਹ ਜਾਦੂਗਰਨੀਆਂ ਨੇ ਸੱਚ ਆਖਿਆ ਸੀ ਬਾਬੇ ਨੇ। ਬਾਹਰੋਂ ਦੇਖਣ ਵਾਲਾ ਇਹ ਦੇਸ਼, ਇਹ ਇਲਾਕਾ, ਇਹ ਨਗਰ ਸੁੰਦਰ ਜਗਦਾ ਹੈ, ਪਰ ਅੰਦਰ ਇਹਨਾਂ ਦੇ ਕੂੜ ਭਰਿਆ ਹੈ। ਇਹ ਮਾਇਆਵੀ ਨੇ, ਇਹਨਾਂ ਨੇ ਮੇਰੇ ਨਾਲ ਠੱਗੀ ਕੀਤੀ, ਧੋਖਾ ਕੀਤਾ। ਸੋਚਿਆ ਮੈਂ ਤਾਂ ਇਹਨਾਂ ਨੂੰ ਭਲਾ ਸਮਝਿਆ, ਪ੍ਰਸ਼ਾਦਾ ਲੈਣ ਆਇਆ ਸੀ, ਇਹਨਾਂ ਨੇ ਤਾਂ ਮੇਰੇ ਗਲ 'ਤੇ ਰੱਸਾ ਪਾ ਕੇ ਮੈਨੂੰ ਭੇਡੂ ਬਣਾ ਲਿਆ। ਮੈਂ ਇਹਨਾਂ ਤੋਂ ਅਣਜਾਣ ਰਿਹਾ, ਪਤਾ ਨਹੀਂ ਸੀ ਇਹ ਜਾਦੂਗਰਨੀਆਂ ਨੇ। ਹੁਣ ਸੋਚਣ ਲੱਗੇ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਰੋਕਿਆ ਸੀ, ਪਰ ਮੈਂ ਉਹਨਾਂ ਦਾ ਬਚਨ ਨਹੀਂ ਕਮਾਇਆ। ਹੱਟ ਕੀਤਾ, ਬੱਚੇ ਵਾਂਗ ਜਿੱਦ ਕੀਤੀ ਤੇ ਇੱਥੇ ਆ ਗਿਆ। ਬੜਾ ਸਮਝਾਇਆ ਸੀ ਪਿੰਡ ਵਿੱਚ ਨਾ ਜਾ, ਪਰ ਮੈਂ ਨਹੀਂ ਮੰਨਿਆ। ਬੜੀ ਜਿੱਦ ਕੀਤੀ ਕਿਉਂਕਿ ਭੁੱਖ ਲੱਗੀ ਸੀ। ਇੱਕ ਵਿਛੋੜਾ, ਇੱਕ ਭੂਖ। ਵਿਛੋੜਾ ਵੀ ਹੋ ਜੇ ਕਿਸੇ ਨਾਲ ਦੁੱਖ ਹੁੰਦਾ, ਤੇ ਜਦੋਂ ਭੁੱਖ ਲੱਗਦੀ ਹੈ ਇਹ ਵੀ ਇੱਕ ਬਹੁਤ ਵੱਡਾ ਦੁੱਖ ਹੁੰਦਾ। ਇਹ ਦੁੱਖ ਤਾਂ ਹੁਣ ਮੈਂ ਆਪ ਹੀ ਸਹੇੜਿਆ। ਬੰਦੇ ਨੂੰ ਜਦੋਂ ਵੀ ਦੁੱਖ ਮਿਲਦਾ, ਭਾਈ ਸਾਹਿਬ ਜੀ ਕਹਿੰਦੇ ਆਪਣੇ ਕਰਮਾਂ ਕਰਕੇ ਮਿਲਦਾ। ਰੱਬ ਨਹੀਂ ਕਿਸੇ ਨੂੰ ਦੁੱਖ ਦਿੰਦਾ, ਇਹ ਤਾਂ ਮੇਰਾ ਹੀ ਗੁਨਾਹ ਹੈ, ਮੇਰੀ ਗਲਤੀ ਹੈ। ਜਿਹੜਾ ਵੀ ਕੋਈ ਬਾਬਾ ਨਾਨਕ ਜੀ ਦੇ ਬਚਨ ਨਹੀਂ ਮੰਨੇਗਾ ਉਹ ਦੁੱਖ ਪਾਵੇਗਾ। ਜਿਹੜਾ ਗੁਰੂ ਦੇ ਸ਼ਬਦਾਂ ਨੂੰ ਨਹੀਂ ਮੰਨੇਗਾ ਦੁੱਖ ਮਿਲੇਗਾ, ਜਿਵੇਂ ਮੈਨੂੰ ਮਿਲਿਆ। ਸੰਗਤ ਜੀ ਇੱਥੇ ਸਾਨੂੰ ਵੀ ਇਹ ਹੁਕਮ ਮੰਨਣਾ ਚਾਹੀਦਾ ਗੁਰੂ ਪਾਤਸ਼ਾਹ ਜੀ ਦਾ। ਜਦੋਂ ਆਪਾਂ ਨਹੀਂ ਮੰਨਦੇ ਤੇ ਦੁੱਖ ਮਿਲਦਾ, ਪਰਮਾਤਮਾ ਦੇ ਭਾਣੇ ਵਿੱਚ ਰਹਿਣਾ ਚਾਹੀਦਾ। ਭਾਈ ਮਰਦਾਨਾ ਜੀ ਕਹਿਣ ਲੱਗੇ ਹੋਰ ਤਰੀਕੇ ਦੀਆਂ ਗੱਲਾਂ ਹੋ ਗਈਆਂ ਇੱਥੇ। ਜੋ ਮਨ ਚਿੱਤ ਨਾ ਚੇਤੇ ਸਨ, ਜਿਹੜੀਆਂ ਚਿੱਤ ਚੇਤੇ ਨਹੀਂ ਸੀ ਉਹ ਵਾਪਰ ਕੀ ਕਰਨਾ, ਮੈਨੂੰ ਭੇਡੂ ਬਣਾ ਲਿਆ। ਹੁਣ ਇਹਨਾਂ ਦੀਆਂ ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ। ਇਹਨਾਂ ਦੀ ਬੋਲੀ ਕੁਝ ਹੋਰ ਤਰ੍ਹਾਂ ਦੀ ਹੈ। ਭਾਈ ਸਾਹਿਬ ਜੀ ਨੂੰ ਉਹਨਾਂ ਦੀ ਬੋਲੀ ਸਮਝ ਨਹੀਂ ਆਉਂਦੀ। ਕਹਿੰਦੇ ਹੁਣ ਮੈਂ ਕਿਹਨੂੰ ਆਖਾਂ, ਕਿਹਨੂੰ ਆਪਣਾ ਦੁੱਖ ਦੱਸਾਂ, ਕਿਵੇਂ ਕਹਾਂ ਸਤਿਗੁਰੂ ਜੀ ਮੈਂ ਤੁਹਾਡਾ ਦਾਸ ਇੱਥੇ ਹਾਂ, ਮੈਨੂੰ ਆ ਕੇ ਛਡਾ ਲਓ। ਇੱਥੇ ਤਾਂ ਮੈਨੂੰ ਕੋਈ ਆਪਣਾ ਜਾਪਦਾ ਨਹੀਂ, ਸਾਰੇ ਬੇਗਾਨੇ ਆ। ਕਿਵੇਂ ਮੈਂ ਆਪਣਾ ਸੁਨੇਹਾ ਗੁਰੂ ਤੱਕ ਭੇਜਾਂ। ਤੇ ਸੰਗਤ ਜੀ ਅਰਦਾਸ ਜਿਹੜੀ ਹੁੰਦੀ ਆ ਉਹ ਗੁਰੂ ਤੱਕ ਪਹੁੰਚ ਜਾਂਦੀ ਹੈ ਜੇ ਸੱਚੇ ਦਿਲੋਂ ਕੀਤੀ ਜਾਵੇ। ਇਹ ਦਿਲ ਤੋਂ ਕੀਤੀ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ। ਭਾਵੇਂ ਭਾਈ ਮਰਦਾਨਾ ਜੀ ਕਹਿੰਦੇ ਮੇਰੇ ਵਿੱਚ ਬੋਲਣ ਦੀ ਸ਼ਕਤੀ ਨਹੀਂ, ਮੈਂ ਬੋਲ ਕੇ ਕੁਝ ਨਹੀਂ ਦੱਸ ਸਕਦਾ, ਹੁਣ ਮੈਨੂੰ ਕੀ ਕਰਨਾ ਚਾਹੀਦਾ। ਤਾਂ ਗੁਰੂ ਸਾਹਿਬ ਜੀ ਅੰਤਰਜਾਮੀ ਆ, ਬਿਨ ਬੋਲਿਆਂ ਸਭ ਕੁਝ ਜਾਣਦਾ, ਕਿਸੇ ਆਗੇ ਕੀ ਚਾਹੇ ਅਰਦਾਸ। ਮਨ ਹੀ ਮਨ ਭਾਈ ਮਰਦਾਨਾ ਜੀ ਅਰਦਾਸਾਂ ਕਰੀ ਜਾਂਦੇ ਆ। ਕਹਿੰਦੇ ਮਹਾਰਾਜ ਤੁਸੀਂ ਤਾਂ ਦਿਨਾਂ ਦੀਆਂ ਜਾਣਦੇ ਹੋ, ਤੇ ਮੈਂ ਇੱਥੇ ਭੇਡੂ ਬਣ ਗਿਆ, ਤੇ ਮੇਰੇ ਤੇ ਕਿਰਪਾ ਕਰੋ, ਮੈਨੂੰ ਆ ਕੇ ਛੁਡਾ ਲਓ ਜੀ। ਮੈਂ ਬੋਲ ਨਹੀਂ ਸਕਦਾ, ਇਹ ਇਸਤਰੀਆਂ ਤੋਂ ਬਚਾ ਲਓ ਜੀ, ਮੈਨੂੰ ਕੋਈ ਹੋਰ ਰਾਹ ਨਜ਼ਰ ਨਹੀਂ ਆਉਂਦਾ। ਗੁਰੂ ਸਾਹਿਬ ਤੁਸੀਂ ਕਿਰਪਾ ਕਰੋ, ਮੇਰੇ ਅੰਦਰ ਦੀ ਜਾਣੋ। ਗੁਰੂ ਜੀ ਅੱਗੇ ਇਹ ਭਾਈ ਮਰਦਾਨਾ ਜੀ ਬੇਨਤੀ ਕਰਦੇ ਆ, ਤੇ ਇਹ ਵੀ ਕਹਿ ਰਹੇ ਆ ਮਨ ਹੀ ਮਨ, ਅੱਗੋਂ ਤੋਂ ਤੁਹਾਡਾ ਬਚਨ ਨਹੀਂ ਮੋੜਦਾ, ਕਿਰਪਾ ਕਰ ਦਿਓ ਸਤਿਗੁਰੂ ਮਹਾਰਾਜ ਜੀ, आज्ञा तो बाहर नहीं जाऊँगा। भाई मरदाना जी जो बेनतियां करते हैं, हाँ खुदा मंजूर करता है, दुआ जब दिल से होती है। संगत जी जो कोई दिल तो अरदास करता पूरी हो जाती है। सच्चे पातशाह जी महाराज सब कुछ जानते हैं, सतगुरु जी जानते हैं साडे प्यारे भाई मरदाना जी जो साडे नाल रबाब वजाउण दी सेवा करते हैं, वो फसे हुए हैं ते उन्हां नूं छुड़ाउणा है, जादूगरनियां नूं समझाउणा है। ते महाराज जी भाई बाला जी नूं कहण लगे, भाई बाला जी चलो भाई मरदाना जी नूं वापस लैके आइए। ये कह के गुरु महाराज उठे आ, भाई बाला जी भी उन्हां दे नाल ही चल पे आ। भाई साहब जी नूं नहीं पता गुरु साहिब जी क्यों कह रहे हैं कि भाई मरदाना जी नूं वापस ले आइए। भाई बाला जी गुरु साहिब जी नूं कहण लगे, महाराज भाई मरदाना जी अपने आप ही वापस आ जाएगा, पहलां भी वो नगर विच जांदे आ प्रशादा लैण वास्ते, कोई गल नहीं महाराज आपां इत्थे उड़ीक लैंदे आ। पर सतगुरु जी कहंदे नहीं, आपां ही उहनूं वापस लैके आवांगे। भाई बाला जी नूं कहण लगे ये जादूगरनियां दा देश आ। भाई साहिब जी इन्हां ने की कीता, भाई मरदाना जी नूं भेडू बना लिया। ਤੇ ਭਾਈ ਮਰਦਾਨਾ ਜੀ ਹੁਣ ਅਰਦਾਸਾਂ ਕਰ ਰਹੇ ਆ ਕਿ ਮੈਨੂੰ ਛੁਡਾ ਲਓ ਆ ਕੇ, ਤੇ ਫਿਰ ਜਿਹੜਾ ਸੇਵਕ ਅਰਦਾਸ ਕਰੇ ਉਹਨੂੰ ਛੁਡਾਉਣ ਦਾ ਸਾਡਾ ਫਰਜ਼ ਬਣਦਾ। ਇਹੀ ਤਾਂ ਗੁਰੂ ਦਾ ਸੁਭਾਅ, ਇਹੀ ਤਾਂ ਗੁਰੂ ਦਾ ਬਿਰਦ ਆ। ਉਹ ਇਸਤਰੀਆਂ ਨੂੰ ਵੀ ਸਿੱਖਿਆ ਦੇਣੀ ਆ। ਰੱਸੀ ਪਾਈ ਹੋਈ ਆ ਭਾਈ ਮਰਦਾਨਾ ਜੀ ਦੇ ਗਲ ਵਿੱਚ, ਕਿੱਲੇ ਨਾਲ ਬੰਨਿਆ ਹੋਇਆ, ਤੇ ਭਾਈ ਮਰਦਾਨਾ ਜੀ ਅਰਦਾਸਾਂ ਹੀ ਕਰੀ ਜਾਂਦੇ ਆ। ਭਾਈ ਬਾਲਾ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਪਹਿਲਾਂ ਵੀ ਇਸ ਤਰ੍ਹਾਂ ਹੀ ਕਰਦੇ ਆ, ਜਦੋਂ ਤੁਸੀਂ ਰੋਕਦੇ ਹੋ ਮਹਾਰਾਜ ਭੁੱਖ ਦਾ ਜਿਹੜਾ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਤੇ ਉਹ ਚਲੇ ਜਾਂਦੇ ਆ। ਉਹਨਾਂ ਨਾਲ ਚਲੋ ਜੋ ਹੋਇਆ ਮੈਨੂੰ ਤਾਂ ਲੱਗਦਾ ਵੀ ਠੀਕ ਹੀ ਹੋਇਆ। ਮਹਾਰਾਜ ਤੁਸੀਂ ਰੁਕਿਆ ਤਾਂ ਸੀ, ਨਗਰ ਵਿੱਚ ਜਾਣ ਨੂੰ ਰੁਕੇ ਨਹੀਂ, ਹੱਟ ਕੀਤਾ। ਇਹ ਲਾਲਚ ਬੰਦੇ ਨੂੰ ਫਸਾ ਦਿੰਦਾ। ਥੋੜੀ ਦੇਰ ਰਹਿਣ ਦੋ ਉਹਨਾਂ ਨੂੰ ਉੱਥੇ, ਭੇਡੂ ਬਣੇ, ਰੁਕ ਕੇ ਛਡਾਉਣਾ। ਗੁਰੂ ਜੀ ਉਹਦੀ ਸੋਝੀ ਟਿਕਾਣੇ ਆ ਜਾਵੇਗੀ। ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਭਾਈ ਬਾਲਾ ਜੀ ਨਹੀਂ ਹੋ ਸਕਦਾ, ਕਿਉਂਕਿ ਅਸੀਂ ਇਹਨਾਂ ਨੂੰ ਆਪਣੇ ਨਾਲ ਲੈ ਕੇ ਆਏ ਹਾਂ, ਇਹਨਾਂ ਦੀ ਬਾਂਹ ਫੜੀ ਆ, ਤੇ ਬਾਂਹ ਫੜਿਆਂ ਦੀ ਲਾਜ ਰੱਖਣੀ ਸਾਡਾ ਫਰਜ਼ ਹੈ, ਕਿਉਂਕਿ ਸੱਚੇ ਪਾਤਸ਼ਾਹ ਜੀ ਦੀ ਬਾਂਹ ਫੜ ਲੈਣ, ਯਾਦ ਰੱਖਣਾ ਛੱਡਦੇ ਨਹੀਂ। ਤੇ ਬਾਕੀ ਕਹਿੰਦੇ ਇਹ ਭਾਈ ਮਰਦਾਨਾ ਜੀ ਦਾ ਸੁਭਾਅ, ਇਨਸਾਨ ਦਾ ਸੁਭਾਅ ਹੁੰਦਾ, ਜਦੋਂ ਭੁੱਖ ਲੱਗਦੀ ਆ ਫਿਰ ਉਹਨਾਂ ਨੂੰ ਧੀਰਜ ਨਹੀਂ ਰਹਿੰਦਾ, ਨਾਲੇ ਸਾਡੇ ਰਬਾਬੀ ਆ। ਤੇ ਜਦੋਂ ਬਾਣੀ ਆਏਗੀ ਕਿਹਨੂੰ ਕਹਾਂਗੇ ਰਬਾਬ ਛੇੜ, ਇਸ ਲਈ ਅਸੀਂ ਭਾਈ ਮਰਦਾਨਾ ਜੀ ਨੂੰ ਉੱਥੇ ਨਹੀਂ ਛੱਡ ਸਕਦੇ। ਭਾਈ ਸਾਹਿਬ ਜੀ ਸਾਨੂੰ ਯਾਦ ਕਰ ਰਹੇ ਆ, ਸਿਮਰਨ ਕਰ ਰਹੇ ਆ। ਹੁਣ ਦੇਰ ਨਾ ਕਰੀਏ, ਚਲੋ ਭਾਈ ਬਾਲਾ ਜੀ ਚਲੀਏ, ਭਾਈ ਮਰਦਾਨਾ ਜੀ ਨੂੰ ਛੁਡਾ ਕੇ ਲਿਆਈਏ। ਸੱਚੇ ਪਾਤਸ਼ਾਹ ਜੀ ਫਿਰ ਉਹ ਨਗਰ ਦੇ ਵਿੱਚ ਆ ਜਾਂਦੇ ਆ ਜਿੱਥੇ ਉਹ ਕਾਲਾ ਇਲਮ ਕਰਨ ਵਾਲੀਆਂ ਜਾਦੂਗਰਨੀਆਂ ਨੇ। ਜਦੋਂ ਭਾਈ ਮਰਦਾਨਾ ਜੀ ਕੋਲ ਪਹੁੰਚੇ ਆ, ਮਹਾਰਾਜ ਜੀ ਦੂਰੋਂ ਦੇਖਿਆ ਕਿ ਮੇਰੇ ਸਤਿਗੁਰੂ ਜੀ ਆਏ, ਕਿੱਲੇ ਨਾਲ ਬੰਨੇ ਹੋਏ ਆ, ਗਲ ਵਿੱਚ ਰੱਸੀ ਹੋਈ ਆ। ਭਾਈ ਸਾਹਿਬ ਜੀ ਬਹੁਤ ਖੁਸ਼ ਹੋ ਗਏ, ਆਪਣੇ ਪੈਰਾਂ ਨੂੰ ਜ਼ਮੀਨ ਤੇ ਮਾਰਦੇ ਆ, ਭੈਂ ਭੈਂ ਕਰਕੇ ਬੋਲਦੇ ਆ, ਮਹਾਰਾਜ ਮੈਂ ਹਾਂ ਮੈਨੂੰ ਛੁਡਾ ਲਓ। ਇਸ ਤਰ੍ਹਾਂ ਜਿਵੇਂ ਭੇਡੂ ਦੀ ਆਵਾਜ਼ ਹੁੰਦੀ ਆ ਸੰਗਤ ਜੀ, ਉਸ ਰੂਪ ਦੇ ਵਿੱਚ, ਉਸ ਬੋਲੀ ਦੇ ਵਿੱਚ ਕਹਿ ਰਹੇ ਆ, ਜਿਵੇਂ ਕਿ ਮਹਾਰਾਜ ਅੱਗੇ ਅਰਦਾਸਾਂ ਕਰ ਰਹੇ ਆ, ਪਛਤਾਵਾ ਵੀ ਕਰ ਰਹੇ ਆ। ਹੁਣ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਆਵਾਜ਼ ਮਾਰਦੇ ਆ, ਪਰ ਭਾਈ ਮਰਦਾਨਾ ਜੀ ਦੁਖੀ ਨੇ ਵੀ ਮੈਂ ਕਿੱਡੀ ਗਲਤੀ ਕੀਤੀ ਆ। ਪਰ ਹੁਣ ਇਹ ਵਿਸ਼ਵਾਸ ਵੀ ਆ ਵੀ ਮੇਰੇ ਮਾਲਕ ਜੀ ਆ ਕੇ ਮੈਨੂੰ ਛੁਡਾ ਲੈਣਗੇ। ਜਿਸ ਘਰ ਵਿੱਚ ਭਾਈ ਮਰਦਾਨਾ ਜੀ ਨੂੰ ਬੰਨ੍ਹ ਕੇ ਰੱਖਿਆ ਸੀ, ਉਹ ਘਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਰਵਾਜ਼ੇ ਤੇ ਆ ਕੇ ਖੜ ਗਏ ਆ, ਤੇ ਗੁਰੂ ਜੀ ਦਾ ਸਰੂਪ ਸੋਹਣਾ, ਚਿਹਰੇ ਤੇ ਲਾਲੀ, ਉੱਥੇ ਇਸਤਰੀਆਂ ਜਿਹੜੀਆਂ ਬੈਠੀਆਂ ਨੇ ਜਿਨ੍ਹਾਂ ਦੇ ਅੰਦਰ ਕਾਮ ਦੀ ਲੱਤ ਹੈ। ਜਦੋਂ ਉਹਨਾਂ ਇਸਤਰੀਆਂ ਨੇ ਦੇਖਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ ਆ, ਪਰ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਪਹਿਲਾਂ ਇੱਕ ਪਰਦੇਸੀ ਅਸੀਂ ਕਾਬੂ ਕਰ ਲਿਆ, ਤੇ ਅੱਜ ਤਾਂ ਗੱਲ ਹੀ ਬਣ ਗਈ ਆ, ਉੱਥੇ ਦੋ ਹੋਰ ਸਾਡੇ ਕਾਬੂ ਆ ਗਏ। ਦੋ ਇਸਤਰੀਆਂ ਭੱਜ ਕੇ ਭਾਈ ਬਾਲਾ ਜੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਆਈਆਂ। ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਤੰਤਰ ਮੰਤਰ ਵਾਲੀਆਂ ਰੱਸੀਆਂ ਜਿਹੜੀਆਂ ਫੜੀਆਂ ਹੋਈਆਂ ਨੇ ਕਿ ਅਸੀਂ ਇਹਨਾਂ ਨੂੰ ਵੀ ਭਾਈ ਮਰਦਾਨਾ ਜੀ ਵਾਂਗ ਕਾਬੂ 'ਚ ਕਰ ਲਾਂਗੇ, ਪਰ ਉਹ ਜਾਣਦੀਆਂ ਨਹੀਂ। ਸਭ ਤੋਂ ਪਹਿਲਾਂ ਜਿਹੜੀ ਇੱਕ ਇਸਤਰੀ ਆ, ਉਹਨਾਂ ਵਿੱਚੋਂ ਇੱਕ ਜਾਦੂਗਰਨੀ ਆ, ਭਾਈ ਬਾਲਾ ਜੀ ਵੱਲ ਦੌੜ ਕੇ ਆਉਂਦੀ ਆ, ਤੇ ਗਲ ਦੇ ਵਿੱਚ ਜਦੋਂ ਰੱਸਾ ਪਾਉਣ ਲੱਗਦੀ ਆ, ਤੇ ਮਹਾਰਾਜ ਉਹਦੇ ਵੱਲ ਵੇਖਦੇ ਆ। ਵੇਖਣ ਸਾਰ ਹੀ ਉਹ ਜਿਹੜਾ ਮੰਤਰ ਹੈ ਉਹਦੇ ਤੇ ਉਲਟਾ ਅਸਰ ਪੈ ਜਾਂਦਾ, ਉਹ ਭੇਡ ਬਣ ਜਾਂਦੀ ਆ। ਤੇ ਇੱਕ ਸਾਹਿਬ ਸੱਚੇ ਪਾਤਸ਼ਾਹ ਜੀ ਵੱਲ ਆਉਂਦੀ ਆ ਵੀ ਇਹਨਾਂ ਦੇ ਗਲ ਵਿੱਚ ਮੈਂ ਰੱਸੀ ਪਾ ਦਾਂ, ਧਾਗੇ ਤਵੀਤ ਜਿਹੜੇ ਵੀ ਉਹਨਾਂ ਪਾਸ ਸੀਗੇ ਤੰਤਰ ਮੰਤਰ, ਇਹ ਇਹਨਾਂ ਤੇ ਜਾਦੂ ਟੂਣਾ ਕਰਦਾ, ਉਲਟ ਅਸਰ ਹੁੰਦਾ, ਉਹ ਕੁੱਕਰ, ਉਹ ਕੁੱਤੀ ਬਣ ਜਾਂਦੀ ਆ। ਜਿਵੇਂ ਸਿੱਧਾਂ ਦੇ ਤੰਤਰ ਮੰਤਰ ਸਾਰੇ ਫੇਲ ਹੋ ਗਏ ਸੀ ਗੋਰਖਨਾਥ ਤੇ ਉਹਦੇ ਚੇਲਿਆਂ ਦੇ, ਅਤੇ ਜਾਦੂਗਰਨੀਆਂ ਦਾ ਕੋਈ ਮੰਤਰ ਨਹੀਂ ਚੱਲਿਆ, ਕਿਉਂਕਿ ਜਿਸ ਪਾਸ ਮੂਲ ਮੰਤਰ ਦੀ ਸ਼ਕਤੀ ਹੋਵੇ ਉਹਦੇ ਤੇ ਕੋਈ ਵੀ ਇਹ ਮੰਤਰ ਨਹੀਂ ਚੱਲਦਾ। ਗੁਰਮੁਖ ਪਿਆਰਿਓ, ਅੱਲਾਹੁ ਅਕਬਰ ਕਰੇ ਖਿਆਲ ਕਰਨਾ, ਉਹਨਾਂ ਤੇ ਪਖੰਡ ਨਹੀਂ ਚੱਲਦੇ। ਅੱਜ ਦੁਨੀਆ ਦੇ ਜਿਹੜੇ ਲੋਕ ਆ
ਉਹ ਭਟਕ ਗਏ ਆ ਆਪਣੇ ਰਸਤੇ ਤੋਂ, ਆਪਣੇ ਮਾਰਗ ਤੋਂ, ਆਪਣੇ ਗੁਰੂ ਨੂੰ ਛੱਡ ਕੇ ਪਖੰਡੀ ਬਾਬਿਆਂ ਕੋਲ ਜਾਂਦੇ ਆ, ਪਰ ਉਹਨਾਂ ਨੂੰ ਯਾਦ ਨਹੀਂ, ਚੇਤਾ ਨਹੀਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਉਹਨਾਂ ਨੇ ਸਾਨੂੰ ਮੂਲ ਮੰਤਰ ਦਿੱਤਾ ਹੈ, ਉਹ ਪਖੰਡੀ ਬਾਬਿਆਂ ਕੋਲ ਤੁਰੇ ਰਹਿੰਦੇ ਆ ਤੇ ਜਿਹੜੀ ਚੀਜ਼ ਗੁਰੂ ਸਾਹਿਬ ਜੀ ਦੇ ਮੂਲ ਮੰਤਰ ਵਿੱਚੋਂ ਨਹੀਂ ਮਿਲੀ ਉਹ ਹੋਰ ਕਿਧਰੋਂ ਵੀ ਨਹੀਂ ਮਿਲ ਸਕਦੀ। ਤਾਂ ਉਹਨਾਂ ਨੇ ਫਿਰ ਇਸਤਰੀਆਂ ਜਿਹੜੀਆਂ ਸੀ, ਦੋ ਪਿੱਛੇ ਬੈਠੀਆਂ ਸੀ, ਰਹਿ ਗਈਆਂ ਸੀ, ਉਹ ਸਭ ਦੇਖ ਕੇ ਭੱਜ ਗਈਆਂ, ਕਹਿੰਦੀਆਂ ਕਿ ਲੱਗਦਾ ਕੋਈ ਸਾਡਾ ਵੱਡਾ ਉਸਤਾਦ ਆ ਗਿਆ। ਜਾਦੂ ਕਰਨੀਆਂ ਜਾਨ ਬਚਾ ਕੇ ਭੱਜਣ ਲੱਗੀਆਂ, ਕਿਉਂਕਿ ਇੱਕ ਇਸਤਰੀ ਕੁੱਤੀ ਦਾ ਰੂਪ ਬਣ ਗਈ ਆ, ਇੱਕ ਜਿਹੜੀ ਆ ਭੇਡ ਦਾ ਰੂਪ ਬਣ ਗਈ ਆ। ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਫਿਰ ਕਿੱਲੀ ਦੇ ਨਾਲ ਉੱਥੇ ਬੰਨ੍ਹ ਦਿੱਤਾ, ਕਿਉਂਕਿ ਜੈਸਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ ਆਪੇ ਬੀਜ ਆਪੇ ਹੀ ਖਾਓ। ਜਿਵੇਂ ਉਹਨਾਂ ਦੇ ਪਿਆਰੇ ਨਾਲ ਕੀਤਾ ਸੀ ਉਸੇ ਤਰ੍ਹਾਂ ਹੀ ਉਹਨਾਂ ਨੂੰ ਕਰਮਾਂ ਦੀ ਸਜ਼ਾ ਮਿਲੀ ਆ ਜੀ। ਤੇ ਗੁਰਮੁਖ ਪਿਆਰਿਓ, ਇਹ ਭਾਈ ਬਾਲਾ ਜੀ ਨੂੰ ਮਹਾਰਾਜ ਨੇ ਆਖਿਆ ਜਾਓ ਭਾਈ ਮਰਦਾਨਾ ਜੀ ਦੇ ਗਲ ਵਿੱਚ ਜਿਹੜੀ ਰੱਸੀ ਆ ਜਾਂ ਉਹ ਜੋ ਵੀ ਮੰਤਰ ਤੰਤਰ ਸੀ ਇਹਨੂੰ ਤੋੜ ਦਿਓ। ਸਾਹਿਬ ਜੀ ਦਾ ਹੁਕਮ ਸੁਣ ਕੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਵੱਲ ਜਾਂਦੇ ਆ ਤੇ ਉਹਨਾਂ ਦੇ ਗਲ ਵਿੱਚ ਪਿਆ ਹੋਇਆ ਧਾਗਾ ਭਾਈ ਸਾਹਿਬ ਜੀ ਨੇ ਵਾਹਿਗੁਰੂ ਕਹਿ ਕੇ ਤੋੜਿਆ ਹੈ। ਉਸੇ ਵਕਤ ਭਾਈ ਮਰਦਾਨਾ ਜੀ ਆਪਣੇ ਅਸਲ ਸਰੂਪ ਵਿੱਚ ਆ ਗਏ। ਭਾਈ ਮਰਦਾਨਾ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਕਹਿੰਦੇ ਸ਼ੁਕਰ ਮਹਾਰਾਜ ਆਪ ਜੀ ਦਾ, ਸ਼ੁਕਰਾਨਾ ਹੈ ਗੁਰੂ ਜੀ, ਇਹ ਤਾਂ ਬਹੁਤ ਵੱਡੀਆਂ ਜਾਦੂ ਕਰਨੀਆਂ ਸਨ, ਪਤਾ ਨਹੀਂ ਕਿਹੋ ਜਿਹੇ ਦੇਸ਼ ਵਿੱਚ ਆ ਗਏ ਆ, ਇਹਨਾਂ ਨੇ ਤਾਂ ਮੈਨੂੰ ਛੱਡ ਲਿਆ। ਮੈਂ ਤਾਂ ਇਹਨਾਂ ਕੋਲੋਂ ਪ੍ਰਸ਼ਾਦਾ ਮੰਗਣ ਵਾਸਤੇ ਆਇਆ ਸੀ, ਪਰ ਇਹਨਾਂ ਨੇ ਤਾਂ ਮੇਰੇ ਗਲ ਵਿੱਚ ਤੰਤਰ ਪਾ ਕੇ ਪਤਾ ਨਹੀਂ ਕੀ ਕਰ ਦਿੱਤਾ, ਮਹਾਰਾਜ ਮੈਨੂੰ ਭੇਡੂ ਬਣਾ ਲਿਆ। ਸ਼ੁਕਰਾਨਾ ਹੈ ਆਪ ਜੀ ਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਜਾਲ ਤੋਂ ਬਚਾ ਲਿਆ। ਭਾਈ ਬਾਲਾ ਜੀ ਕਹਿਣ ਲੱਗੇ ਤੁਸੀਂ ਸੱਚੇ ਪਾਤਸ਼ਾਹ ਜੀ ਦਾ ਕਹਿਣਾ ਨਹੀਂ ਸੀ ਮੰਨਿਆ, ਤਾਂ ਹੀ ਕਰਕੇ ਤਾਂ ਤੁਹਾਨੂੰ ਇਹ ਦੁੱਖ ਮਿਲਿਆ ਹੈ, ਤੁਸੀਂ ਮਨਾਈ ਕੀਤੀ ਆ। ਭਾਈ ਸਾਹਿਬ ਜੀ ਕਹਿੰਦੇ ਮਹਾਰਾਜ ਮੇਥੋਂ ਭੁੱਲ ਹੋ ਗਈ। ਉਹ ਦੋ ਇਸਤਰੀਆਂ ਜਿਹੜੀਆਂ, ਇੱਕ ਕੁੱਤੀ ਬਣੀ ਸੀ, ਇੱਕ ਭੇਡ ਬਣੀ ਸੀ, ਹੁਣ ਜਦੋਂ ਉਹਨਾਂ ਦੇ ਪਤੀਆਂ ਨੂੰ ਪਤਾ ਲੱਗਾ, ਘਰ ਵਾਲਿਆਂ ਨੂੰ ਪਤਾ ਲੱਗਾ ਕਿ ਸਾਡੀਆਂ ਜਿਹੜੀਆਂ ਇਸਤਰੀਆਂ ਨੇ ਉਹ ਇਸ ਤਰ੍ਹਾਂ ਦਾ ਰੂਪ ਧਾਰਨ ਕਰ ਗਈਆਂ ਨੇ, ਉਹਨਾਂ ਨੂੰ ਲੱਗਾ ਵੀ ਇਹ ਵੀ ਕੋਈ ਜਾਦੂਗਰ ਨੇ। ਉਹ ਸੱਚੇ ਪਾਤਸ਼ਾਹ ਜੀ ਨੂੰ ਜਾਣਦੇ ਨਹੀਂ ਸੀ। ਉਹ ਭਾਈ ਬਾਲਾ ਜੀ ਦੇ ਚਰਨ ਫੜਨ ਲੱਗੇ। ਭਾਈ ਬਾਲਾ ਜੀ ਕਹਿੰਦੇ ਜੇ ਆਪਣੀ ਭੁੱਲ ਬਖਸ਼ਾਉਣੀ ਆ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਵੱਲ ਇਸ਼ਾਰਾ ਕਰਕੇ ਆਖਿਆ ਇਹਨਾਂ ਤੋਂ ਮੰਗੋ, ਮੈਂ ਤਾਂ ਇਹਨਾਂ ਦਾ ਦਾਸ ਹਾਂ। ਉਹਨਾਂ ਇਸਤਰੀਆਂ ਦੇ ਪਤੀਆਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਜੀ ਕਿਰਪਾ ਕਰੋ, ਮਹਾਂਪੁਰਖੋ ਇਹਨਾਂ ਇਸਤਰੀਆਂ ਨੂੰ ਬਖਸ਼ ਦਿਓ, ਗੁਰੂ ਸਾਹਿਬ ਜੀ ਇਹਨਾਂ ਦੀ ਗਲਤੀ ਮਾਫ ਕਰ ਦਿਓ। ਮਹਾਰਾਜ ਦਾ ਸੁਭਾਅ ਇਹ ਆ ਵੀ ਜੇ ਕੋਈ ਸ਼ਰਨ ਪੈ ਜੇ ਉਹਨੂੰ ਗੁਰੂ ਸਾਹਿਬ ਜੀ ਮਾਫ ਕਰ ਦਿੰਦੇ। ਗੁਰੂ ਜੀ ਨੇ ਉਹਨਾਂ ਇਸਤਰੀਆਂ ਨੂੰ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਬੜ ਭਾਗੀ ਪਾਇਆ, ਸਿੱਧੇ ਰਾਹ ਤੇ ਪਾਇਆ। ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਆਖਿਆ ਤੁਸੀਂ ਇੱਥੇ ਭਾਈ ਪਰਦੇਸੀਆਂ ਨੂੰ ਤੰਗ ਕਰਦੇ ਹੋ। ਪਰਦੇਸੀ ਕੋਈ ਆਉਂਦਾ ਹੈ ਉਹ ਭਿੱਖਿਆ ਮੰਗਣ ਵਾਸਤੇ, ਕੋਈ ਸਾਧੂ ਆਉਂਦਾ ਜਿਵੇਂ ਭਾਈ ਮਰਦਾਨਾ ਜੀ ਆਏ, ਤੁਸੀਂ ਜਾਣ ਬੁੱਝ ਕੇ ਭਾਈ ਉਹਨਾਂ ਨੂੰ ਪਰੇਸ਼ਾਨ ਕਰਦੇ ਹੋ। ਇੱਦਾਂ ਤੁਹਾਨੂੰ ਨਰਕਾਂ 'ਚ ਵੀ ਜਗ੍ਹਾ ਨਹੀਂ ਮਿਲਣੀ। ਤੁਸੀਂ ਜੇ ਦਰਗਾਹ ਦਾ ਰਸਤਾ ਸਾਫ਼ ਕਰਨਾ ਹੈ ਤੁਸੀਂ ਇੱਥੇ ਧਰਮਸਾਲ ਬਣਾਓ, ਆਏ ਗਏ ਰਾਹੀਆਂ ਪਾਉਂਦੀਆਂ ਸਾਧੂ ਸੰਤਾਂ ਦੀ ਸੇਵਾ ਕਰਿਆ ਕਰੋ, ਨਾਮ ਜਪਿਆ ਕਰੋ, ਸੱਚੀ ਸੁੱਚੀ ਕਿਰਤ ਕਰਿਆ ਕਰੋ, ਛੱਡੋ ਇਹਨਾਂ ਜਾਦੂ ਮੰਤਰਾਂ ਟੂਣਿਆਂ ਵਿੱਚ ਕੁਝ ਨਹੀਂ ਰੱਖਿਆ। ਜਾਦੂਗਰਨੀਆਂ ਦੀ ਸਰਦਾਰ ਨਹੀਂ, ਜਿਵੇਂ ਨੂਰ ਸ਼ਾਹ ਜਾਦੂਗਰਨੀ ਇਹਦਾ ਨਾਂ ਸੀ, ਇਹਨਾਂ ਦਾ ਵੀ ਸਤਿਗੁਰੂ ਜੀ ਨੇ ਉਧਾਰ ਕੀਤਾ। ਜਾਦੂਗਰਨੀਆਂ ਨੂੰ ਆਖਿਆ ਇਹਨਾਂ ਤੰਤਰਾਂ ਮੰਤਰਾਂ 'ਚ ਕੁਝ ਨਹੀਂ ਰੱਖਿਆ, ਮੂਲ ਮੰਤਰ ਜਿਹੜਾ ਹੈ ਉਹਦਾ ਜਾਪ ਕਰੋ। ਸਤਿਗੁਰੂ ਜੀ ਨੇ ਉਹਨਾਂ ਨੂੰ ਸੱਚਾ ਮੰਤਰ ਦਿੱਤਾ, ਝੂਠੇ ਮੰਤਰਾਂ ਤੋਂ ਦੂਰ ਰਹਿਣ ਲਈ ਆਖਿਆ। ਅੱਜ ਜੇ ਅਸੀਂ ਇਹ ਸੱਚੇ ਮੰਤਰ ਦਾ ਜਾਪ ਕਰਾਂਗੇ, ਮੂਲ ਮੰਤਰ, ਤੁਸੀਂ ਵੇਖੋਗੇ ਇਹਦੇ ਵਿੱਚ ਕਿੰਨੀ ਸ਼ਕਤੀ ਆ। ਤੁਸੀਂ ਉਹਨਾਂ ਗੁਰਸਿੱਖਾਂ ਦਾ ਜੀਵਨ ਪੜ੍ਹੋ ਜਿਨ੍ਹਾਂ ਨੇ ਇਹ ਦੱਸਿਆ ਆਪਣੀਆਂ ਹੱਡ ਬੀਤੀਆਂ, ਮੂਲ ਮੰਤਰ ਦਾ ਜਾਪ ਕਰਕੇ ਉਹ ਕਿੱਥੇ ਸੀ ਤੇ ਅੱਜ ਕਿੱਥੇ ਪਹੁੰਚ ਗਏ। ਭਿਖਾਰੀਆਂ ਤੋਂ ਰਾਜੇ ਬਣਾਉਣ ਵਾਲੇ ਵਾਹਿਗੁਰੂ ਪਰਮੇਸ਼ਰ ਜੀ ਹਨ, ਗੁਰੂ ਸਾਹਿਬਾਨ ਹਨ। ਪਰ ਇਸ ਤਰ੍ਹਾਂ ਜਦੋਂ ਵਿਪਤਾ ਪੈਂਦੀ ਆ ਤੇ ਜਿਹੜਾ ਵੀ ਆਪਦੇ ਗੁਰੂ ਨੂੰ ਯਾਦ ਕਰਦਾ ਫਿਰ ਗੁਰੂ ਜੀ ਪਹੁੰਚਦੇ ਆ। ਤਾਂ ਇਹ ਮਨੁੱਖਾ ਜਨਮ ਮਿਲਿਆ, ਇਹਦੇ ਵਿੱਚ ਪੈ ਕੇ ਭਾਈ ਕਦੇ ਵੀ ਇਹੋ ਜਿਹਾ ਕਰਮ ਨਹੀਂ ਕਰਨਾ ਚਾਹੀਦਾ। ਕਰਤੂਤਾਂ ਜਿਹੜੀਆਂ ਨੇ ਪਸ਼ੂਆਂ ਵਾਲੀਆਂ ਨਹੀਂ ਹੋਣੀਆਂ ਚਾਹੀਦੀਆਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਜਿਵੇਂ ਜਾਮਾ ਤਾਂ ਉਹਨਾਂ ਜਾਦੂਗਰਨੀਆਂ ਕੋਲ, ਇਸਤਰੀਆਂ ਕੋਲ ਮਨੁੱਖ ਦਾ ਸੀ, ਕਰਮ ਕਿਹੜੇ ਸੀਗੇ ਪਸ਼ੂਆਂ ਤੋਂ ਵੀ ਮਿਲੇ ਸੀ। ਤੇ ਜਦੋਂ ਆਪ ਉਹਨਾਂ ਨੂੰ ਘਟਨਾ ਹੋਈ ਆ, ਆਪ ਉਹਨਾਂ ਨੂੰ ਭੇਡ ਬਣਨਾ ਪਿਆ, ਆਪ ਉਹਨਾਂ ਨੂੰ ਫਿਰ ਕੁੱਤੀ ਬਣਨਾ ਪਿਆ, ਫਿਰ ਬੜਾ ਦੁੱਖ ਹੋਇਆ। ਕਈ ਵਾਰੀ ਅਸੀਂ ਦੂਜਿਆਂ ਨੂੰ ਦੁਖੀ ਕਰਦੇ ਹਾਂ, ਪਰ ਜਦੋਂ ਉਹੀ ਗੱਲ ਸਾਡੇ ਨਾਲ ਹੁੰਦੀ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਦੁੱਖ ਕੀ ਹੈ। ਮਹਾਰਾਜ ਨੇ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਪਤੀ ਸੀ, ਉਹਨਾਂ ਨੂੰ ਫਿਰ ਅਸਲੀ ਸਰੂਪ ਵਿੱਚ ਬਣਾ ਦਿੱਤਾ। ਉਹ ਜਾਦੂਗਰਨੀਆਂ ਨੇ ਮਾਫੀ ਮੰਗੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਇੱਥੋਂ ਅੱਗੇ ਜਾਂਦੇ ਆ, ਮਹਾਰਾਜ ਅੱਗੇ ਜਾ ਕੇ ਹੋਰ ਲੋਕਾਂ ਦਾ ਉਧਾਰ ਕਰਦੇ ਆ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।